ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੀ ਵੱਡੀ ਖਬਰ। ਅੱਜ ਪੰਜਾਬ ਦੀ ਸਿਆਸਤ ਦਾ ਵੱਡਾ ਦਿਨ ਹੈ। ਅੱਜ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਿਹੜੇ ਆ ਅੱਜ ਰਸਮੀ ਤੌਰ ਤੇ ਪ੍ਰਧਾਨਗੀ ਦਾ ਅਹੁਦਾ ਸੰਭਾਲਣਗੇ। ਪਰ ਉਸ ਤੋਂ ਪਹਿਲਾਂ ਇੱਕ ਟੀ ਪਾਰਟੀ ਹੋਣੀ ਹੈ, ਉਹਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਇਕੱਠੇ ਹੋਣਗੇ। ਸਵਾਲ ਵੱਡਾ ਇਹ ਹੈ ਲੋਕਾਂ ਦੇ ਦਿਲਾਂ ਦੇ ਅੰਦਰ ਕਿ ਠੀਕ ਹੈ, ਅੱਜ ਦੋ ਵਾਰ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਇਕੱਠੇ ਹੋਣਗੇ। ਪਹਿਲਾਂ ਟੀ ਪਾਰਟੀ ਤੇ 10 ਵਜੇ, ਹੁਣ ਤੋਂ ਕੁਝ ਹੀ ਸਮਾਂ ਬਾਅਦ 10 ਵਜੇ ਟੀ ਪਾਰਟੀ ਹੋਏਗੀ, ਜਿਹਦੇ ਵਿੱਚ ਸਾਰੇ ਕਾਂਗਰਸੀ ਵਿਧਾਇਕ ਤੇ ਮੰਤਰੀ ਸ਼ਾਮਿਲ ਹੋਣਗੇ, ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵੀ ਜਿਹੜੇ ਆ ਉਹ ਹਿੱਸਾ ਲੈਣਗੇ। ਤਾਂ ਅਸੀਂ ਜਿਹੜੀ ਇੱਕ ਤਸਵੀਰ, ਚਾਹੇ ਉਹ ਟੀ ਪਾਰਟੀ ਦੀ ਹੋਵੇ, ਚਾਹੇ ਉਹ ਮਤਲਬ ਰਸਮੀ ਸਮਾਗਮ ਜਿਹੜਾ ਹੋਣਾ ਪ੍ਰਧਾਨਗੀ ਉਹਦਾ ਸੰਭਾਲਣ ਦਾ, ਚਾਹੇ ਉਹ ਹੋਵੇ, ਉਹ ਅਸੀਂ ਆਪਣੇ ਲੋਕਨਾਥ ਚੈਨਲ ਦੇ ਮਾਧਿਅਮ ਦੇ ਰਾਹੀਂ ਲਾਈਵ ਦੇ ਤੌਰ ਤੇ ਇੱਕ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਜਦੋਂ ਪਹਿਲੀ ਵਾਰ ਪ੍ਰਧਾਨਗੀ ਸੰਭਾਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਭਾਰੇ ਵਿਵਾਦ ਤੋਂ ਬਾਅਦ ਪਹਿਲੀ ਵਾਰੀ ਇਕੱਠੇ ਹੋਣਗੇ ਤਾਂ ਨਜ਼ਾਰਾ ਕਿਹੋ ਜਿਹਾ ਹੋਏਗਾ। 9:30 ਵਜੇ ਤੋਂ ਬਾਅਦ ਜਿਹੜਾ ਲਾਈਵ ਚੱਲ ਪਏਗਾ ਲੋਕਨਾਥ ਟੀਵੀ ਚੈਨਲ ਦੇ ਉੱਪਰ, ਤੁਸੀਂ ਲਾਈਵ ਪ੍ਰੋਗਰਾਮ ਦੇਖ ਸਕਦੇ ਹੋ। ਉਸ ਦੇ ਵਿੱਚ ਇੱਕ ਤਸਵੀਰ ਟੀ ਪਾਰਟੀ ਅਤੇ ਜਿਹੜਾ ਰਸਮੀ ਸਮਾਗਮ ਹੋਣਾ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਸੰਭਾਲਣ ਦਾ, ਉਹਦੀ ਇੱਕ ਤਸਵੀਰ ਜਿਹੜੀ ਉਸ ਲਾਈਵ ਦੇ ਜਰੀਏ ਤੁਹਾਨੂੰ ਦਿਖਾਵਾਂਗੇ। ਤਾਂ ਇੱਥੇ ਵੱਡਾ ਸਵਾਲ ਇਹ ਹੈ ਕਿ ਠੀਕ ਹੈ, ਦੋਵੇਂ ਆਗੂ ਇਕੱਠੇ ਤਾਂ ਅੱਜ ਹੋ ਜਾਣਗੇ, ਕੀ ਦੋਵਾਂ ਆਗੂਆਂ ਦੇ ਦਿਲਾਂ ਦੇ ਅੰਦਰ ਦੀ ਜਿਹੜੀ ਖਟਾਸ ਹੈ ਕੀ ਉਹ ਇੱਕ ਦੂਜੇ ਪ੍ਰਤੀ ਖਤਮ ਹੋ ਜਾਏਗੀ? ਇਹ ਵੀ ਦੇਖਣ ਵਾਲੀ ਗੱਲ ਹੋਏਗੀ। ਇਹ ਵੀ ਸਵਾਲ ਲੋਕਾਂ ਦੇ ਮਨ ਦੇ ਵਿੱਚ ਜ਼ਰੂਰ ਹੈ ਤੇ ਨਜ਼ਾਰਾ ਕਿਹੋ ਜਿਹਾ ਹੋਏਗਾ ਉਹ ਅਸੀਂ ਲਾਈਵ ਪ੍ਰੋਗਰਾਮ ਦੇ ਰਾਹੀਂ ਦੱਸਾਂਗੇ। ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ। ਹਰੀਸ਼ ਰਾਵਤ ਨੂੰ ਵੀ ਵੱਡਾ ਅਹੁਦਾ ਦਿੱਤਾ ਗਿਆ ਹੈ ਉੱਤਰਾਖੰਡ ਦੇ ਵਿੱਚ, ਉਹਨਾਂ ਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਤੇ ਪੰਜਾਬ ਕਾਂਗਰਸ ਦਾ ਪ੍ਰਧਾਨ, ਜਾਣੀ ਕਿ ਪੰਜਾਬ ਦੇ ਅੰਦਰ ਵੱਡੇ ਪੱਧਰ ਦੇ ਉੱਪਰ ਫੇਰ ਬਦਲ ਹੋਣਾ। ਕੀ ਕੁਝ ਫੇਰ ਬਦਲ ਹੋਣ ਜਾ ਰਿਹਾ ਉਹ ਵੀ ਤੁਹਾਨੂੰ ਦੱਸਾਂਗੇ। ਤੇ ਮੇਰੇ ਨਾਲ ਡਾਕਟਰ ਭੀਮਿੰਦਰਜੀਤ ਸਿੰਘ ਜੀ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ ਕਿਵੇਂ ਦੇਖਦੇ ਅੱਜ ਪੰਜਾਬ ਦੀ ਸਿਆਸਤ ਦਾ ਵੱਡਾ ਦਿਨ ਹੈ, ਨਵਜੋਤ ਸਿੰਘ ਸਿੱਧੂ ਦੀ ਵੀ ਸਿਆਸੀ ਕੈਰੀਅਰ ਦਾ ਵੱਡਾ ਦਿਨ ਹੈ। ਅੱਜ ਸੂਬੇ ਪੱਧਰ ਦੇ ਪ੍ਰਧਾਨ ਬਣਾਏ ਗਏ ਨੇ ਨਵਜੋਤ ਸਿੰਘ ਸਿੱਧੂ। ਕਾਂਗਰਸ ਦੀ ਨੈਸ਼ਨਲ ਪਾਰਟੀ, ਸਭ ਤੋਂ ਪੁਰਾਣੀ ਪਾਰਟੀ ਹੈ ਜਿਹੜੀ, ਉਹਦੇ ਸੂਬਾ ਪ੍ਰਧਾਨ ਬਣਾਏ ਗਏ ਨੇ ਨਵਜੋਤ ਸਿੰਘ ਸਿੱਧੂ। ਕਿਵੇਂ ਦੇਖਦੇ ਹੋ? ਮੁਸ਼ੱਕਤਾਂ ਬਹੁਤ ਆਈਆਂ ਲੋਕ ਮੁੱਦਿਆਂ ਦਾ, ਪਰ ਨਵਜੋਤ ਸਿੰਘ ਸਿੱਧੂ ਨੇ ਸਾਥ ਨਹੀਂ ਛੱਡਿਆ, ਹੱਥ ਨਹੀਂ ਛੱਡਿਆ, ਜਿਹਦੇ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਅੱਜ ਕਾਮਯਾਬੀ ਮਿਲੀ ਹੈ। ਕਿ ਜਿਹੜੀਆਂ ਗੱਲਾਂ ਨਵਜੋਤ ਸਿੰਘ ਸਿੱਧੂ ਕਰਦੇ ਆ ਰਹੇ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਜੰਗਲੀ ਤੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਚੀਜ਼ਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਕਾਮਯਾਬ ਹੋਣ ਦੇ ਦੇਣਗੇ? ਸੁਖਵਿੰਦਰ ਜੀ, ਆਪਾਂ ਮੁਸ਼ੱਕਤਾਂ ਤੋਂ ਹੀ ਆਪਣੀ ਗੱਲ ਸ਼ੁਰੂ ਕਰਾਂਗੇ। ਸ਼ੁਰੂ ਤੋਂ ਲੈ ਕੇ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਸ਼ਾਮਲ ਹੋਏ ਨੇ ਕਾਂਗਰਸ ਦੇ ਵਿੱਚ, ਉਸ ਤੋਂ ਲੈ ਕੇ ਅੱਜ ਤੱਕ ਆਪਾਂ ਦੇਖ ਸਕਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਮੁਸ਼ੱਕਤਾਂ ਦਾ ਸਾਹਮਣਾ ਕਰਨਾ ਪਿਆ। ਪਹਿਲੀ ਗੱਲ ਤਾਂ ਹੈ ਕਿ ਜਦੋਂ ਉਹ ਸ਼ਾਮਲ ਹੋ ਰਹੇ ਸੀਗੇ ਉਸ ਵੇਲੇ ਵੀ ਬਹੁਤ ਸਾਰੇ ਅੜਿੱਕੇ ਉਡਾਏ ਗਏ ਕਿ ਇਹਨਾਂ ਨੂੰ ਸ਼ਾਮਲ ਨਾ ਕਰਵਾਇਆ ਜਾਏ, ਇਹਦੇ ਬਾਵਜੂਦ ਉਹ ਸ਼ਾਮਲ ਹੋਏ। ਫਿਰ ਜਦੋਂ ਉਹ ਜਿੱਤੇ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਇਹਨਾਂ ਨੂੰ, ਪਹਿਲਾਂ ਤਾਂ ਇਹ ਕਿਹਾ ਗਿਆ ਸੀ ਕਿ ਸ਼ਾਇਦ ਇਹਨਾਂ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਏਗਾ, ਉਹ ਜਿਹੜਾ ਹੈਗਾ ਉਹ ਨਹੀਂ ਬਣਾਇਆ ਗਿਆ, ਇਹਨਾਂ ਨੂੰ ਮੰਤਰੀ ਉੱਤੇ ਸਾਰਿਆ ਗਿਆ। ਫਿਰ ਮੰਤਰੀ ਜਿਹੜੀ ਹੈਗੀ ਹੈ ਮੰਤਰੀਸ਼ਿਪ, ਉਸ ਤੋਂ ਵੀ ਉਹਨਾਂ ਨੂੰ ਉਤਾਰ ਦਿੱਤਾ ਗਿਆ। ਉਸ ਤੋਂ ਬਾਅਦ ਲਗਾਤਾਰ 2 ਸਾਲ ਚੁੱਪ ਬੈਠੇ ਨਵਜੋਤ ਸਿੰਘ ਸਿੱਧੂ। ਔਰ ਉਸ ਤੋਂ ਬਿਨਾਂ ਵੀ ਆਪਾਂ ਦੇਖ ਸਕਦੇ ਹਾਂ ਕਿ ਲਗਾਤਾਰ ਛੜਯੰਤਰ ਕੈਪਟਨ ਸਾਹਿਬ ਵੱਲੋਂ। ਆਪਾਂ ਜੇ ਪਿਛਲੇ ਦਿਨਾਂ ਦੀ ਯਾਦ ਕਰੀਏ ਤਾਂ ਕਦੇ ਉਹਨਾਂ ਨੇ ਹਿੰਦੂ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਕਿ ਹਿੰਦੂ ਜਿਹੜਾ ਹੈਗਾ ਪ੍ਰਧਾਨ ਹੋਣਾ ਚਾਹੀਦਾ ਹੈ, ਕਦੇ ਉਹਨਾਂ ਨੇ ਦਲਿਤ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ, ਕਦੇ ਉਹਨਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਹੈ, ਪ੍ਰਤਾਪ ਸਿੰਘ ਬਾਜਵਾ ਹੋਰਾਂ ਨਾਲ ਗਿਲੇ ਸ਼ਿਕਵੇ ਭੁਲਾ ਕੇ ਮੀਟਿੰਗਾਂ ਕਰਨੀਆਂ ਸ਼ੁਰੂ ਕੀਤੀਆਂ। ਕਹਿਣ ਤੋਂ ਮਤਲਬ ਹੈ ਕਿ ਕੱਲ ਤੱਕ ਇੱਥੋਂ ਤੱਕ ਆ ਗੱਲ ਆ ਗਈ ਕਿ ਉਹਨਾਂ ਨੇ ਕਿਹਾ ਕਿ ਜਦੋਂ ਹੁਣ ਸਾਰੇ ਛੜਯੰਤਰ ਨਹੀਂ ਚੱਲੇ ਤਾਂ ਉਹਨਾਂ ਨੇ ਇੱਕ ਸ਼ਰਤ ਰੱਖਤੀ ਕਿ ਮੈਂ ਜਿੰਨੀ ਦੇਰ ਮਾਫੀ ਨਹੀਂ ਮੰਗਦੇ ਨਵਜੋਤ ਸਿੰਘ ਸਿੱਧੂ ਔਰ ਬਿਲਕੁਲ ਜਨਤਕ ਤੌਰ ਤੇ, ਉਨੀ ਦੇਰ ਮੈਂ ਇਸ ਸਮਾਗਮ ਦੇ ਵਿੱਚ ਸ਼ਾਮਲ ਨਹੀਂ ਹੋਵਾਂਗਾ। ਉਹ ਵੀ ਉਹਨਾਂ ਨੂੰ, ਆਪਾਂ ਨੂੰ ਪਤਾ ਹੈ ਕਿ ਉਹ ਵੀ ਜਿਹੜਾ ਹੈਗਾ ਪਿੱਛੇ ਮੁੜਨਾ ਪਿਆ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਲਗਾਤਾਰ ਛੜਯੰਤਰ ਕਰਦੇ ਆ ਰਹੇ ਨੇ ਕੈਪਟਨ ਸਾਹਿਬ। ਇਹਦੇ ਬਾਵਜੂਦ ਨਵਜੋਤ ਸਿੰਘ ਸਿੱਧੂ, ਜਿਵੇਂ ਆਪਾਂ ਸ਼ੁਰੂ 'ਚ ਵੀ ਕਹਿੰਦੇ ਰਹੇ ਹਾਂ ਕਿ ਅਖੀਰ ਨੂੰ ਸੱਚ ਦੀ ਜਿੱਤ ਹੁੰਦੀ ਹੈ, ਸਤਿਆਮੇਵ ਜਯਤੇ। ਇਹਦਾ ਮਤਲਬ ਹੈ ਕਿ ਸੱਚ ਜਿੱਤਿਆ। ਅੱਜ ਆਪਾਂ ਦੇਖ ਰਹੇ ਹਾਂ ਕਿ ਅੱਜ 23 ਤਰੀਕ ਹੈ, ਅੱਜ ਸੱਚ ਦੀ ਜਿੱਤ ਕਹਿ ਸਕਦੇ ਹਾਂ ਕਿ ਅੱਜ ਜਦੋਂ ਉਹਨਾਂ ਨੇ ਤਾਜਪੋਸ਼ੀ ਕਰਨੀ ਹੈ ਰਸਮੀ ਤੌਰ ਤੇ,
ਤਾਂ ਲਾਜ਼ਮੀ ਤੌਰ ਤੇ ਇਹਨੂੰ ਇਹ ਕਹਿ ਸਕਦੇ ਕਿ ਇਹ ਸੱਚ ਦੀ ਜਿੱਤ ਹੋਈ ਹੈ। ਸੋ ਇਸ ਕਰਕੇ ਕੈਪਟਨ ਸਾਹਿਬ ਨੇ ਜਿਹੜੀ ਸਾਰੀ ਝੂਠ ਦਾ ਪਲੰਦਾ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇੱਕ ਸਾਰਾ ਜਿਹੜਾ ਹੈਗਾ ਹਾਈਪੋਥੀਸਿਸ ਝੂਠ ਦੇ ਉੱਤੇ ਉਸਾਰਨ ਦੀ ਆਪਣੀ ਸਿਆਸਤ ਕੋਸ਼ਿਸ਼ ਕੀਤੀ, ਉਹਦਾ ਅੱਜ ਢਹਿ ਢੇਰੀ ਹੋ ਗਈ ਆ ਉਹ ਜਿਹੜਾ ਕਿਲਾ। ਸੋ ਇਸ ਕਰਕੇ ਅੱਜ ਨਵਜੋਤ ਸਿੰਘ ਸਿੱਧੂ ਦੇ ਲਈ ਔਰ ਖਾਸ ਤੌਰ ਤੇ ਕਾਂਗਰਸ ਦੇ ਲਈ ਇੱਕ ਮੁਬਾਰਕਬਾਦ ਦਾ ਦਿਨ ਹੈ। ਅੱਜ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਪ੍ਰਸਥਿਤੀਆਂ ਬਿਲਕੁਲ ਬਦਲਣੀਆਂ ਸ਼ੁਰੂ ਹੋ ਜਾਣੀਆਂ ਨੇ ਔਰ ਵੱਡੀ ਗੱਲ ਇਹ ਹੈ ਕਿ ਅੱਜ ਕੱਲੀ ਨਵਜੋਤ ਸਿੰਘ ਸਿੱਧੂ ਜੀ ਦੀ ਤਾਜਪੋਸ਼ੀ ਨਹੀਂ ਹੋਈ, ਨਹੀਂ ਸਗੋਂ ਆਪਾਂ ਕਹਿ ਸਕਦੇ ਕਿ 22 ਦੀਆਂ ਚੋਣਾਂ ਦਾ ਵੀ ਅੱਜ ਆਗਾਜ਼ ਹੋ ਸਕਦਾ ਹੈ। ਕਾਂਗਰਸ ਵੱਲੋਂ ਆਗਾਜ਼ ਹੋਏਗਾ। ਜਿਸ ਕਿਸਮ ਦੇ ਨਾਲ ਕਾਂਗਰਸ ਦੇ ਨੇ ਜਿਹੜਾ ਸ਼ਕਤੀ ਪ੍ਰਦਰਸ਼ਨ ਕਰਨਾ ਹੈ ਔਰ ਜਿਸ ਕਿਸਮ ਦਾ ਇਕੱਠ ਕਰ ਰਹੀ ਹੈ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ, ਤਾਂ ਉੱਥੋਂ ਹੀ ਲੱਗਦਾ ਹੈ ਕਿ ਕਾਂਗਰਸ ਪਾਰਟੀ ਨੇ ਇਹ ਸੋਚ ਲਿਆ ਕਿ ਅਸੀਂ ਅੱਜ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਰਹਿਨੁਮਾਈ ਦੇ ਵਿੱਚ 22 ਦੀਆਂ ਜਿਹੜੀਆਂ ਚੋਣਾਂ ਲੜਨੀਆਂ ਨੇ ਉਹਨਾਂ ਦਾ ਇੱਕ ਸ਼ੁਰੂਆਤ ਕਹਿ ਸਕਦੇ ਹਾਂ ਕਿ ਅੱਜ ਉਸ ਪ੍ਰੋਗਰਾਮ ਦੇ ਵਿੱਚੋਂ ਸ਼ੁਰੂਆਤ ਹੋ ਜਾਣੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਬਹੁਤ ਵੱਡੇ ਵੱਡੇ ਛੜਯੰਤਰਾਂ ਦਾ ਸਾਹਮਣਾ ਕੀਤਾ, ਬਹੁਤ ਵੱਡੇ ਵੱਡੇ ਝੂਠਾਂ ਦਾ ਸਾਹਮਣਾ ਕੀਤਾ, ਪਰ ਅਖੀਰ ਨੂੰ ਸੱਚ ਜਿੱਤਿਆ। ਨਵਜੋਤ ਸਿੰਘ ਸਿੱਧੂ ਦੇ ਜਿਹੜੇ ਮੁੱਦੇ ਸੀਗੇ ਉਹ ਹਾਈਕਮਾਨ ਕੋਲੇ ਜਿਹੜੀ ਰਿਪੋਰਟ ਪਹੁੰਚੀ, ਚਾਹੇ ਉਹ ਵਿਧਾਇਕਾਂ ਦੇ ਜਰੀਏ ਪਹੁੰਚੀ ਹੋਵੇ, ਚਾਹੇ ਉਹ ਪ੍ਰਸ਼ਾਂਤ ਕਿਸ਼ੋਰ ਦੇ ਜਰੀਏ ਪਹੁੰਚੀ ਹੋਵੇ, ਉਹੀ ਰਿਪੋਰਟ ਗਈ ਕਿ ਪੰਜਾਬ ਦੇ ਲੋਕ ਜਿਹੜੇ ਆ ਉਹ ਬੜੇ ਦੁਖੀ ਆ ਕੈਪਟਨ ਸਰਕਾਰ ਤੋਂ ਤੇ ਚਾਹੁੰਦੇ ਨੇ ਨਵਜੋਤ ਸਿੰਘ ਸਿੱਧੂ ਨੂੰ। ਇਸ ਕਰਕੇ ਹਾਈਕਮਾਨ ਨੇ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲੈ ਕੇ ਆਂਦਾ। ਠੀਕ ਹੈ, ਨਵਜੋਤ ਸਿੰਘ ਸਿੱਧੂ ਅੱਜ ਪ੍ਰਧਾਨਗੀ ਅਹੁਦੇ ਦੀ ਸਹੁੰ ਚੁੱਕਣਗੇ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀਗੇ ਕਿ ਜਿੰਨਾ ਟਾਈਮ ਜਨਤਕ ਤੌਰ ਤੇ ਨਵਜੋਤ ਸਿੰਘ ਸਿੱਧੂ ਮੇਰੇ ਤੋਂ ਮੁਆਫੀ ਨਹੀਂ ਮੰਗਦੇ ਉਹਨਾਂ ਟਾਈਮ ਮੈਂ ਉਹਨਾਂ ਨਾਲ ਮੁਲਾਕਾਤ ਨਹੀਂ ਕਰਾਂਗਾ। ਪਰ ਨਵਜੋਤ ਸਿੰਘ ਸਿੱਧੂ ਨੇ ਮੁਆਫੀ ਨਹੀਂ ਮੰਗੀ ਤੇ ਵਿਧਾਇਕਾਂ ਤੇ ਮੰਤਰੀਆਂ ਦਾ ਵੀ ਉਹਨਾਂ ਨੂੰ ਸਾਥ ਮਿਲਿਆ। ਉਹਨਾਂ ਨੇ ਵੀ ਮਤਾ ਪਾ ਕੇ ਕਿਹਾ ਕਿ ਤੁਸੀਂ ਮੁਆਫੀ ਨਾ ਮੰਗੋ ਤੇ ਚਿੱਠੀ ਲਿਖੀ ਗਈ ਇੱਕ ਜਿਹਦੇ ਵਿੱਚ 60 ਦੇ ਕਰੀਬ ਜਿਹੜੇ ਵਿਧਾਇਕ ਨੇ, 80 ਕੁੱਲ ਨੇ ਤੇ 60 ਦੇ ਜਿਹੜੇ ਕਰੀਬ ਵਿਧਾਇਕ ਨੇ ਉਹਨਾਂ ਦੇ ਵੱਲੋਂ ਇੱਕ ਮਤਾ ਪਾਇਆ ਗਿਆ। ਚਿੱਠੀ ਲਿਖੀ ਗਈ ਕਿ ਭਾਈ ਤੁਸੀਂ ਨਵਜੋਤ ਸਿੰਘ ਸਿੱਧੂ ਦੇ ਰਸਮੀ ਜਿਹੜਾ ਉਹਦਾ ਸਾਂਭਣ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਤੁਸੀਂ ਜ਼ਰੂਰ ਸ਼ਿਰਕਤ ਕਰੋ, ਜਿਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਚੁੱਕਣਾ ਪਿਆ ਤੇ ਕੁਝ ਸੋਨੀਆ ਗਾਂਧੀ ਦਾ ਵੀ ਜਿਹੜਾ ਦੋ ਟੁਕ ਗੱਲ ਆਖੀ ਗਈ। ਜਿਵੇਂ ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਕਿਹਾ ਕਿ ਦੋ ਟੁਕ ਗੱਲ ਆਖੀ ਗਈ ਸੀ ਕਿ ਭਾਈ ਤੁਸੀਂ ਚੁੱਪ ਕਰਕੇ ਸਿੱਧੂ ਨੂੰ ਮਜ਼ਬੂਤ ਕਰੋ। ਉਹਦੇ ਕਰਕੇ ਅੱਜ ਪਹੁੰਚਣਗੇ ਜ਼ਰੂਰ ਕੈਪਟਨ ਅਮਰਿੰਦਰ ਸਿੰਘ। ਅੱਜ 2 ਵਾਰੀ ਮੁਲਾਕਾਤ ਹੋਊਗੀ। ਪਹਿਲੀ ਮੁਲਾਕਾਤ ਹੋਏਗੀ ਜਦੋਂ ਰਸਮੀ ਪ੍ਰੋਗਰਾਮ ਹੋਣਾ ਹੈ, ਪਰ ਉਸ ਤੋਂ ਪਹਿਲਾਂ ਜਿਹੜੀ ਟੀ ਪਾਰਟੀ ਹੋਣੀ। ਅਸੀਂ ਰਾਤ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਐਕਸਕਲੂਸਿਵ ਜਾਣਕਾਰੀ ਦਿੱਤੀ ਸੀ ਕਿ ਨਵਜੋਤ ਸਿੰਘ ਸਿੱਧੂ ਉਸ ਟੀ ਪਾਰਟੀ ਦਾ ਹਿੱਸਾ ਜ਼ਰੂਰ ਬਣਨਗੇ, 100% ਬਣਨਗੇ। ਹਾਲਾਂਕਿ ਦੂਜੇ ਚੈਨਲਾਂ ਤੇ ਤੁਸੀਂ ਨਹੀਂ ਦੇਖ ਸਕੋਗੇ, ਇਹ ਖਬਰ ਦੇਖ ਨਹੀਂ ਸਕੇ, ਪਰ ਅਸੀਂ ਤੁਹਾਨੂੰ ਐਕਸਕਲੂਸਿਵ ਜਾਣਕਾਰੀ, ਸਹੀ ਤੇ ਸਟੀਕ ਜਾਣਕਾਰੀ ਦਿੱਤੀ ਕਿ ਨਵਜੋਤ ਸਿੰਘ ਸਿੱਧੂ ਉਸ ਟੀ ਪਾਰਟੀ ਦਾ ਹਿੱਸਾ ਜ਼ਰੂਰ ਹੋਣਗੇ। ਉਸ ਰਸਮੀ ਸਮਾਗਮ 'ਚ ਇਕੱਠੇ ਹੋਣ ਤੋਂ ਪਹਿਲਾਂ ਸਮਾਗਮ ਜਿਹੜਾ ਟੀ ਪਾਰਟੀ ਦਾ ਹੋਣਾ ਉਹਦੇ ਵਿੱਚ ਵੀ ਇਕੱਠੇ ਹੋਣਗੇ ਤੇ ਨਜ਼ਾਰਾ ਕਿਹੋ ਜਿਹਾ ਹੋਏਗਾ? ਡਾਕਟਰ ਸਾਹਿਬ, ਕੀ ਲੱਗਦਾ ਹੈ ਕਿ ਦੋਵਾਂ ਆਗੂਆਂ ਦੇ ਦਿਲਾਂ ਦੀ ਜਿਹੜੀ ਆਪਸੀ ਖਟਾਸ ਹੈ ਇੱਕ ਦੂਜੇ ਦੇ ਲਈ ਉਹ ਘਟੇਗੀ ਜਾਂ ਦੂਰ ਹੋਵੇਗੀ? ਕਿ ਸੁਲ੍ਹਾ ਹੋ ਪਾਏਗੀ? ਕਿ ਇਸ ਰਸਮੀ ਸਮਾਗਮ ਤੋਂ ਬਾਅਦ ਮੰਨਿਆ ਜਾ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਇੱਕੋ ਫਰੇਮ 'ਚ ਇਕੱਠੇ ਹੋ ਕੇ ਪੰਜਾਬ ਲਈ ਚੱਲਣਗੇ? ਸੁਖਵਿੰਦਰ ਜੀ, ਤੁਸੀਂ ਨਵਜੋਤ ਸਿੰਘ ਸਿੱਧੂ ਔਰ ਵੱਖ-ਵੱਖ ਵਿਧਾਇਕਾਂ ਦੀ ਜਿਹੜੀ ਚਿੱਠੀ ਦੀ ਗੱਲ ਕਰ ਰਹੇ ਹੋ, ਜਿਹਦੇ ਕਰਕੇ ਮੈਨੂੰ ਲੱਗਦਾ ਕਿ ਇੱਕ ਵੱਡਾ ਪ੍ਰੈਸ਼ਰ ਕੈਪਟਨ ਸਾਹਿਬ ਦੇ ਉੱਤੇ ਬਣਿਆ। ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੀ ਆਪਾਂ ਅੱਜ 2 ਪ੍ਰੋਗਰਾਮਾਂ ਦੀ ਗੱਲ ਕਰ ਰਹੇ ਹਾਂ, ਇਹ ਕੋਈ ਐਵੇਂ ਨਹੀਂ ਵਾਪਰ ਗਏ। ਇਹਦੇ ਵਿੱਚ ਹੋ ਸਕਦਾ ਹੈ ਕਿ ਕੈਪਟਨ ਸਾਹਿਬ ਨੇ ਕਿਤੇ ਨਾ ਕਿਤੇ, ਹੋ ਸਕਦਾ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਰੰਗ 'ਚ ਭੰਗ ਪਾਉਣ ਦੀ ਕੋਸ਼ਿਸ਼ ਜ਼ਰੂਰ ਕਰਨੀ ਸੀ। ਪਰ ਕੀ ਹੋ ਗਿਆ ਕਿ ਜਦੋਂ ਕੈਪਟਨ ਸਾਹਿਬ ਨੂੰ ਲੱਗਿਆ ਕਿ ਮੈਂ ਚਾਰੇ ਪਾਸਿਓਂ ਘਿਰ ਚੁੱਕਿਆ। ਆਪਾਂ ਨੇ ਕੱਲ ਵੀ ਗੱਲ ਕੀਤੀ ਸੀ ਕਿ ਇਸ ਵੇਲੇ ਬਹੁਤ ਵੱਡਾ ਪ੍ਰੈਸ਼ਰ ਹੈ ਕੈਪਟਨ ਸਾਹਿਬ ਦੇ ਉੱਤੇ, ਚਾਹੇ ਥੱਲਿਓਂ ਚਾਹੇ ਉੱਪਰੋਂ, ਚਾਹੇ ਆਪਾਂ ਕਹਿ ਸਕਦੇ ਹਾਂ ਕਿ ਸੋਨੀਆ ਜੀ ਵੱਲੋਂ, ਚਾਹੇ ਰਾਹੁਲ ਜੀ ਵੱਲੋਂ, ਚਾਹੇ ਪ੍ਰਿੰਕਾ ਜੀ ਵੱਲੋਂ, ਔਰ ਇਸੇ ਤਰ੍ਹਾਂ ਚਾਹੇ ਵਿਧਾਇਕਾਂ ਵੱਲੋਂ ਤੇ ਵਲੰਟੀਅਰ ਸਾਹਿਬਾਨ ਵੱਲੋਂ ਉਹਨਾਂ ਨੂੰ ਆਪਣੀ ਕਿਤੇ ਨਾ ਕਿਤੇ ਕੁਰਸੀ ਖਿਸਕਦੀ ਨਜ਼ਰ ਆ ਰਹੀ ਸੀਗੀ। ਸੋ ਉਸ ਕੁਰਸੀ ਨੂੰ ਬਚਾਉਣ ਦੇ ਲਈ ਵੀ ਇਹ ਜਿਹੜਾ ਹੈਗਾ, ਕਿਉਂਕਿ ਉਹਨਾਂ ਨੂੰ ਡਰ ਸੀਗਾ ਕਿ ਜੇ ਇਹੀ ਅੜੀ ਚੱਲਦੀ ਰਹੀ ਤਾਂ ਲਾਜ਼ਮੀ ਤੌਰ ਤੇ ਕੋਈ ਨਾ ਕੋਈ ਸਖਤ ਐਕਸ਼ਨ ਉੱਪਰਲੀ ਜਿਹੜੀ ਹਾਈ ਕਮਾਂਡ ਹੈ ਉਹਨਾਂ ਨੇ ਲੈ ਲੈਣਾ ਸੀਗਾ। ਸੋ ਉਹਦਾ ਡਰ ਵੀ ਹੈ ਕੈਪਟਨ ਸਾਹਿਬ ਦੇ ਉੱਤੇ, ਉਹਦਾ ਪ੍ਰੈਸ਼ਰ ਵੀ ਹੈ ਔਰ ਥੱਲਿਓਂ ਵੀ ਪ੍ਰੈਸ਼ਰ ਹੈ। ਔਰ ਇੱਕ ਵੱਡੀ ਗੱਲ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਨੇ ਕੀਤੀ ਹੈ, ਉਹ ਹੈ ਜਿਹੜੀ ਚਿੱਠੀ ਕੈਪਟਨ ਸਾਹਿਬ ਨੂੰ ਉਹਨਾਂ ਨੇ ਲਿਖੀ ਹੈ। ਕੈਪਟਨ ਸਾਹਿਬ ਨੂੰ ਉਹਨਾਂ ਨੇ ਬਕਾਇਦਾ ਤੌਰ ਤੇ ਬਹੁਤ ਥੋੜੇ ਸ਼ਬਦਾਂ ਵਿੱਚ ਇਹੀ ਕਿਹਾ ਕਿ ਆਪਣਾ ਕੋਈ ਨਿੱਜੀ ਮਸਲਾ ਨਹੀਂ ਹੈ, ਮੇਰੀ ਤੁਹਾਡੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ, ਮੇਰੀ ਲੜਾਈ ਪੰਜਾਬ ਦੇ ਮੁੱਦਿਆਂ ਲਈ ਹੈ। ਔਰ ਖਾਸ ਤੌਰ ਤੇ ਉਹ 18 ਨੁਕਾਤੀ ਪ੍ਰੋਗਰਾਮ ਦਾ ਉਹਨਾਂ ਨੇ ਬਕਾਇਦਾ ਕਿਹਾ
ਕਿ ਜਿਹੜੇ 18 ਨੁਕਾਤੀ ਪ੍ਰੋਗਰਾਮ ਹਾਈ ਕਮਾਂਡ ਨੇ ਦਿੱਤੇ ਹੋਏ ਹੈ ਉਹਨਾਂ ਨੂੰ ਲਾਗੂ ਕਰਾਉਣਾ ਹੀ ਮੇਰਾ ਜਿਹੜਾ ਹੈਗਾ ਮਕਸਦ ਹੈ। ਸੋ ਇਸ ਕਰਕੇ ਇਹ ਬਹੁਤ ਵੱਡੀ ਗੱਲ ਹੋਈ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਚਿੱਠੀ ਲਿਖ ਕੇ ਬਕਾਇਦਾ ਗੱਲ ਆਖੀ ਹੈ ਕਿ ਇਹ ਕੋਈ ਮੇਰਾ ਨਿੱਜੀ ਫੰਕਸ਼ਨ ਵੀ ਨਹੀਂ ਹੈ, ਇਹ ਕੋਈ ਮੇਰੀ ਤੁਹਾਡੇ ਨਾਲ ਕੋਈ ਨਿੱਜੀ ਲੜਾਈ ਵੀ ਨਹੀਂ ਹੈ। ਸੋ ਇਸ ਕਰਕੇ ਪੰਜਾਬ ਦੇ ਮੁੱਦਿਆਂ ਦੀ ਲੜਾਈ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਤੁਸੀਂ ਭਵਿੱਖ ਦੀ ਗੱਲ ਕੀਤੀ ਹੈ ਕਿ ਜੇਕਰ ਕੈਪਟਨ ਸਾਹਿਬ ਭਵਿੱਖ ਦੇ ਵਿੱਚ ਉਹ 18 ਨੁਕਾਤੀ ਪ੍ਰੋਗਰਾਮ ਲਾਗੂ ਕਰਦੇ ਹੈ ਔਰ ਲਾਗੂ ਕਰਦੇ ਨਜ਼ਰ ਆਉਂਦੇ ਹੈ ਔਰ ਸਾਰੀਆਂ ਚੀਜ਼ਾਂ ਨੂੰ ਸੈਟਲ ਕਰਦੇ ਨਜ਼ਰ ਆਉਣਗੇ ਤਾਂ ਲਾਜ਼ਮੀ ਤੌਰ ਤੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਚੱਲਣਗੇ। ਪਰ ਜੇਕਰ ਉਹਨਾਂ ਦੀ ਕਾਰਜਸ਼ੈਲੀ ਪਿਛਲੇ 4.5 ਸਾਲ ਵਾਲੀ ਰਹਿੰਦੀ ਹੈ ਤਾਂ ਲਾਜ਼ਮੀ ਤੌਰ ਤੇ ਉਹਦੇ ਵਿੱਚ ਖਟਾਸ ਆ ਸਕਦੀ ਹੈ। ਸੋ ਇਸ ਚੀਜ਼ ਨੂੰ ਦੇਖਣਾ ਹੋਏਗਾ ਕਿ ਹੁਣ ਕੈਪਟਨ ਸਾਹਿਬ ਉਹ 18 ਨੁਕਾਤੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੈ ਜਾਂ ਇਸੇ ਤਰ੍ਹਾਂ ਹੀ ਪੁਰਾਣੀ ਸ਼ੈਲੀ ਦੇ ਰਾਹੀਂ ਉਹ ਚੀਜ਼ਾਂ ਨੂੰ ਸੈਟਲ ਕਰਨ ਦੀ ਕੋਸ਼ਿਸ਼ ਕਰਨਗੇ। ਜੇ ਉਹ ਪੁਰਾਣੇ ਤਰੀਕੇ ਦੇ ਨਾਲ ਚੱਲਣਗੇ ਤਾਂ ਲਾਜ਼ਮੀ ਤੌਰ ਤੇ ਫੇਰ ਦੁਬਾਰਾ ਜਿਹੜਾ ਹੈਗਾ ਇੱਕ ਵੱਡਾ ਖਟਾਸ, ਇੱਕ ਵੱਡਾ ਪਾੜ ਜਿਹੜਾ ਹੈਗਾ ਪੈ ਸਕਦਾ ਹੈ ਇਹਨਾਂ ਦੀ ਸੋਚ ਦੇ ਵਿੱਚ। ਪਰ ਜੇਕਰ ਦੋਵੇਂ ਧਿਰਾਂ ਜਿਹੜੇ ਖਾਸ ਤੌਰ ਤੇ ਕੈਪਟਨ ਸਾਹਿਬ ਤੇ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਕਿਉਂਕਿ ਬਹੁਤ ਥੋੜਾ ਸਮਾਂ ਬਚਿਆ ਇਸ ਵੇਲੇ, ਬਹੁਤ ਘੱਟ ਸਮਾਂ ਬਚਿਆ, ਜੇਕਰ ਇਸ ਘੱਟ ਸਮੇਂ ਦੇ ਵਿੱਚ ਉਹ 18 ਨੁਕਾਤੀ ਜਿਹੜੇ ਮਸਲੇ ਨੇ ਉਹ ਪੰਜਾਬ ਦੇ ਹੱਲ ਹੁੰਦੇ ਨੇ, ਜਿਹੜੇ ਵੱਡੇ ਵੱਡੇ ਵਾਅਦੇ ਕਰਕੇ ਕੈਪਟਨ ਸਾਹਿਬ ਆਏ ਸੀਗੇ, ਘਰ ਘਰ ਨੌਕਰੀ ਦਾ ਵਾਅਦਾ, ਨਸ਼ਿਆਂ ਨੂੰ ਖਤਮ ਕਰਨ ਦਾ ਵਾਅਦਾ, ਕਿਸਾਨੀ ਮੁੱਦਿਆਂ ਦਾ ਵਾਅਦਾ ਜਿਹੜਾ ਹੈਗਾ ਉਹ ਕਰਕੇ ਆਏ ਸੀ, ਕਿਸਾਨਾਂ ਦੇ ਕਰਜ਼ੇ ਮਾਫੀ ਦਾ ਵਾਅਦਾ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ 18 ਨੁਕਾਤੀ ਪ੍ਰੋਗਰਾਮ ਦੇ ਵਿੱਚੋਂ ਸਾਰੇ ਦਿੱਤੇ ਹੋਏ ਹੈ ਉਹ ਵਾਅਦੇ ਜਿਹੜੇ ਨੇ ਜਿੰਨੀ ਦੇਰ ਉਹ ਪੂਰੇ ਕਰਦੇ ਰਹਿਣਗੇ ਜਾਂ ਕਰਦੇ ਨਜ਼ਰ ਆਉਣਗੇ ਤਾਂ ਨਵਜੋਤ ਸਿੰਘ ਸਿੱਧੂ ਜੀ ਜ਼ਰੂਰ ਉਹਨਾਂ ਦਾ ਸਾਥ ਦੇਣਗੇ। ਪਰ ਜੇਕਰ ਨਹੀਂ ਉਹ ਪੁਰਾਣੀ ਸ਼ੈਲੀ ਰੱਖਣਗੇ ਆਪਣੀ ਤਾਂ ਇਹਦੇ ਵਿੱਚ ਜਿਹੜੀ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਸਮੱਸਿਆਵਾਂ ਆ ਸਕਦੀਆਂ ਨੇ। ਸੁਖਿੰਦਰ ਜੀ, ਕੀ ਲੱਗਦਾ ਕਿ ਹੁਣ ਉੱਥੋਂ ਦਾ ਜਿਹੜਾ ਨਜ਼ਾਰਾ, ਜਿਹੜਾ ਦ੍ਰਿਸ਼ ਕਿਹੋ ਜਿਹਾ ਰਹਿਣ ਵਾਲਾ, ਪਹਿਲਾਂ ਟੀ ਪਾਰਟੀ ਤੇ ਬਾਅਦ ਦੇ ਵਿੱਚ ਰਸਮੀ ਸਮਾਗਮ? ਦੇਖੋ ਅੱਜ ਕਿਉਂਕਿ ਇੱਕ ਰਸਮੀ ਸਮਾਗਮ ਹੈ ਔਰ ਸ਼ੁਭ ਸ਼ਗਨ ਹੈ ਔਰ ਸ਼ੁਭ ਦਿਨ ਹੈ, ਮੈਨੂੰ ਇਹ ਲੱਗਦਾ ਕਿ ਅੱਜ ਜਿਹੜਾ ਹੈਗਾ ਮਾਹੌਲ ਬਹੁਤ ਚੰਗਾ ਹੋਏਗਾ ਔਰ ਖਾਸ ਤੌਰ ਤੇ ਕੈਪਟਨ ਸਾਹਿਬ ਇੱਕ ਪ੍ਰੈਸ਼ਰ ਦੇ ਵਿੱਚ, ਜਿਵੇਂ ਆਪਾਂ ਪਹਿਲਾਂ ਦੱਸਿਆ ਕਿ ਪ੍ਰੈਸ਼ਰ ਦੇ ਵਿੱਚ ਆ ਕੇ ਉਹਨਾਂ ਨੇ ਜੋ ਸਮਝੌਤਾ ਕੀਤਾ ਹੈ ਨਵਜੋਤ ਸਿੰਘ ਸਿੱਧੂ ਦੇ ਨਾਲ ਜਾਂ ਸਾਰੀ ਕਾਂਗਰਸ ਦੇ ਨਾਲ, ਤਾਂ ਲਾਜ਼ਮੀ ਤੌਰ ਤੇ ਇਹ ਜਿਹੜਾ ਹੈਗਾ ਖੁਸ਼ਗਵਾਰ ਮਾਹੌਲ ਹੋ ਸਕਦਾ ਹੈ ਔਰ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਸਾਹਿਬ ਇਕੱਠੇ ਦਿਖਾਈ ਦੇ ਸਕਦੇ ਆ, ਇਕੱਠੇ ਇੱਕ ਕਾਰ ਦੇ ਵਿੱਚ ਕਾਫਲੇ ਦੇ ਤੌਰ ਤੇ ਜਾ ਸਕਦੇ ਆ, ਇਦਾਂ ਦੀਆਂ ਵੀ ਖਬਰਾਂ ਆ ਰਹੀਆਂ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਬਹੁਤ ਵਧੀਆ ਮਾਹੌਲ ਹੋਏਗਾ ਔਰ ਉਹਦੇ ਵਿੱਚ ਜਿੰਨੇ ਵੱਡੇ ਮੰਤਰੀ ਨੇ, ਖਾਸ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਕਿਸੇ ਵੇਲੇ ਕੈਪਟਨ ਸਾਹਿਬ ਦੀਆਂ ਸੱਜੀਆਂ ਤੇ ਖੱਬੀਆਂ ਬਾਹਾਂ ਕਹੇ ਜਾਂਦੇ ਸੀਗੇ, ਖਾਸ ਤੌਰ ਤੇ ਮਾਝੇ ਦੇ ਜਿਹੜੇ ਮੰਤਰੀ ਸਾਹਿਬਾਨ ਨੇ ਉਹ ਵੀ ਜਿਹੜੇ ਇਕੱਠੇ ਨਜ਼ਰ ਆ ਸਕਦੇ ਨੇ। ਪਰ ਹੋ ਸਕਦਾ ਹੈ ਕਿ ਇਹਦੇ ਤੋਂ ਆਪਾਂ ਨੂੰ ਜਿਵੇਂ ਪਤਾ ਹੈ ਕਿ ਜਿਹੜੀ ਇੱਕ ਕਮੀ ਰਹਿ ਸਕਦੀ ਹੈ ਉਹ ਹੈ ਕਿ ਜਿਹੜੇ ਲੋਕ ਸਭਾ ਦੇ ਮੈਂਬਰ ਨੇ, ਖਾਸ ਤੌਰ ਤੇ ਜਿਹੜੇ 8 ਮੈਂਬਰ ਨੇ ਲੋਕ ਸਭਾ ਦੇ, ਜਾਂ ਖਾਸ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਦੁੱਲੋ ਸਾਹਿਬ ਜਿਹੜੇ ਰਾਜ ਸਭਾ ਮੈਂਬਰ ਨੇ, ਉਹਨਾਂ ਵੱਲੋਂ ਹਜੇ ਤੱਕ ਕੋਈ ਵਧਾਈ ਦੇ ਸੰਦੇਸ਼ ਨਹੀਂ ਆਏ। ਉਹ ਵੀ ਜਿਹੜਾ ਹੈਗਾ ਉਹ ਇੱਕ ਕਿਸਮ ਦੀ ਆਪਾਂ ਕਹਿ ਸਕਦੇ ਹਾਂ ਕਿ ਕਮੀ ਰਹਿ ਸਕਦੀ ਹੈ। ਪਰ ਕਿਉਂਕਿ ਇਸ ਵੇਲੇ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਹੈ, ਉਹਦੇ ਵਿੱਚ ਮੈਨੂੰ ਲੱਗਦਾ ਕਿ ਲੋਕਾਂ ਦਾ ਬਹੁਤਾ ਧਿਆਨ ਉਧਰ ਨਹੀਂ ਹੋਏਗਾ। ਸੋ ਜਿਹੜੇ ਪੰਜਾਬ ਦੇ ਵਿੱਚ ਲੋਕ ਨੇ, ਪੰਜਾਬ ਦੇ ਵਿੱਚ ਵਿਧਾਇਕ ਨੇ, ਪੰਜਾਬ ਦੇ ਵਿੱਚ ਕਾਂਗਰਸੀ ਜਿਹੜੇ ਵਰਕਰ ਨੇ, ਉਹ ਜ਼ਰੂਰ ਹੁਮ-ਹੁਮਾ ਕੇ ਉੱਥੇ ਪਹੁੰਚਣਗੇ ਵੱਡੀ ਗਿਣਤੀ ਦੇ ਵਿੱਚ। ਸੋ ਉਮੀਦ ਕੀਤੀ ਜਾਣੀ ਚਾਹੀਦੀ ਹੈ ਇਹ ਪ੍ਰੋਗਰਾਮ ਜਿਹੜਾ ਹੈਗਾ ਇੱਕ ਸ਼ਕਤੀ ਪ੍ਰਦਰਸ਼ਨ ਦੇ ਤੌਰ ਤੇ ਕਾਂਗਰਸ ਦਾ ਔਰ ਨਵਜੋਤ ਸਿੰਘ ਸਿੱਧੂ ਦਾ ਹੋਏਗਾ ਔਰ ਲਾਜ਼ਮੀ ਤੌਰ ਤੇ ਅੱਜ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਵੀ ਜਿਹੜੀ ਹੈਗੀ ਬਦਲੇਗੀ ਔਰ ਪੰਜਾਬ ਦੀ ਸਿਆਸਤ ਦੇ ਨਾਲੋਂ ਜਿਹੜੀ ਕਾਂਗਰਸੀ ਸਿਆਸਤ ਹੈ ਉਹਦੇ ਵਿੱਚ ਵੱਡੀਆਂ ਤਬਦੀਲੀਆਂ ਆਉਣ ਦੀਆਂ ਸੰਭਾਵਨਾਵਾਂ ਨੇ, ਉਹਦੇ ਵਿੱਚ ਵੱਡੇ ਫੇਰ ਬਦਲ ਹੋਣ ਦੀ ਸੰਭਾਵਨਾਵਾਂ ਨੇ। ਕਿਉਂਕਿ ਨਵਜੋਤ ਸਿੰਘ ਸਿੱਧੂ ਜਦੋਂ ਤੁਸੀਂ ਪ੍ਰਧਾਨ ਬਣਦੇ ਹੋ ਤਾਂ ਲਾਜ਼ਮੀ ਤੌਰ ਤੇ ਤੁਹਾਨੂੰ ਇੱਕ ਆਪਣੀ ਨਵੀਂ ਟੀਮ ਦੀ ਲੋੜ ਪੈਂਦੀ ਹੈ। ਉਹ ਨਵੀਂ ਟੀਮ ਜਿਹੜੀ ਹੈਗੀ ਹੈ ਅੱਜ ਤੁਹਾਨੂੰ ਉਹ ਵੀ ਨਜ਼ਰ ਆਏਗੀ, ਖਾਸ ਤੌਰ ਤੇ ਜਿਵੇਂ ਮੈਂ ਕਹਿ ਸਕਦਾ ਕਿ ਨੌਜਵਾਨਾਂ ਦੀ ਟੀਮ ਜਿਹੜੀ ਹੈਗੀ ਹੈ, ਜਿਵੇਂ ਰਾਹੁਲ ਜੀ ਦੀ ਮੰਗ ਹੈ, ਡਿਮਾਂਡ ਹੈ ਕਿ ਨੌਜਵਾਨਾਂ ਨੂੰ ਅੱਗੇ ਲੈ ਕੇ ਆਉਣਾ ਹੈ, ਤਾਂ ਹੋ ਸਕਦਾ ਹੈ ਕਿ ਨੌਜਵਾਨਾਂ ਦੀ ਟੀਮ ਸਾਹਮਣੇ ਆਵੇ। ਪੁਰਾਣੇ ਜਿਹੜੇ ਲੋਕ ਨੇ, ਬਜ਼ੁਰਗ ਲੋਕ ਨੇ, ਉਹਨਾਂ ਦਾ ਵੀ ਜਿਹੜਾ ਹੈਗਾ ਹੋਸ਼ ਔਰ ਜੋਸ਼ ਦਾ ਸੁਮੇਲ ਤੁਹਾਨੂੰ ਮਿਲ ਸਕਦਾ ਹੈ ਅੱਜ ਦੇ ਪ੍ਰੋਗਰਾਮਾਂ ਦੇ ਵਿੱਚ। ਸੋ ਉਮੀਦ ਇਹ ਕੀਤੀ ਜਾਣੀ ਚਾਹੀਦੀ ਹੈ ਕਿ ਵੱਡੀ ਪੱਧਰ ਦੇ ਪੰਜਾਬ ਦੇ ਜਿਹੜੇ ਕੋਨੇ-ਕੋਨੇ ਤੋਂ ਜਿਹੜੇ ਕਾਂਗਰਸ ਦੇ ਵਲੰਟੀਅਰ ਨੇ ਉਹ ਚੰਡੀਗੜ੍ਹ ਪਹੁੰਚਣਗੇ ਔਰ ਜਿਵੇਂ ਪਹਿਲਾਂ ਵੀ ਤਿਆਰੀਆਂ ਹੋ ਚੁੱਕੀਆਂ ਨੇ ਔਰ ਫਲੈਕਸ ਵਗੈਰਾ ਲੱਗ ਚੁੱਕੇ ਨੇ, ਬੋਰਡ ਲੱਗ ਚੁੱਕੇ ਨੇ ਨਵਜੋਤ ਸਿੰਘ ਸਿੱਧੂ ਦੀ ਆਮਦ ਦੇ ਵਿੱਚ, ਉਹਨਾਂ ਦੀ ਖੁਸ਼ੀ ਦੇ ਵਿੱਚ। ਉਹ ਜਿਹੜੇ ਬੋਰਡ ਨੇ ਉਹ ਵੀ ਤੁਸੀਂ ਦੇਖੋਗੇ ਕਿ ਲਗਾਤਾਰ ਜਿਹੜੇ ਨੇ ਉਹ ਤੁਹਾਨੂੰ ਦਿਖਾਈ ਦੇਣਗੇ। ਸੋ ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਹੋਰ ਵੱਡੇ, ਖਾਸ ਤੌਰ ਤੇ ਰਾਵਤ ਜੀ ਆਪਾਂ ਕਹਿ ਸਕਦੇ ਹਾਂ ਕਿ
ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹ ਸਾਰੇ ਚੀਜ਼ ਨੂੰ ਕੰਟਰੋਲ ਕਰਨ ਦੇ ਵਿੱਚ। ਰਾਵਤ ਜੀ ਵੀ ਤੁਹਾਨੂੰ ਉੱਥੇ ਦਿਖਾਈ ਦੇ ਸਕਦੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਵੱਡੇ ਚਿਹਰੇ ਜਿਹੜੇ ਕਾਂਗਰਸ ਦੇ, ਪੰਜਾਬ ਦੀ ਕਾਂਗਰਸ ਦੇ, ਉਹ ਤੁਹਾਨੂੰ ਉੱਥੇ ਦਿਖਾਈ ਦੇਣਗੇ। ਔਰ ਉਮੀਦ ਕੀਤੀ ਜਾਣੀ ਬਣਦੀ ਹੈ ਕਿ ਅੱਜ ਤੋਂ ਬਾਅਦ ਇੱਕ ਨਵੀਂ ਕਾਂਗਰਸ ਦੀ ਸਿਆਸਤ ਦੀ ਸ਼ੁਰੂਆਤ ਹੋ ਰਹੀ ਹੈ ਔਰ ਨਵੇਂ ਪ੍ਰਧਾਨ ਪਹਿਲੀ ਵਾਰੀ ਨਵਜੋਤ ਸਿੰਘ ਸਿੱਧੂ ਬਣਨ ਜਾ ਰਹੇ ਨੇ। ਔਰ ਆਪਣੀ ਪ੍ਰਧਾਨਗੀ ਜਿਹੜੀ ਹੈਗੀ ਹੈ ਉਹ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜਦੋਂ ਜਾਣਗੇ, ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨਗੇ, ਤਾਂ ਲਾਜ਼ਮੀ ਤੌਰ ਤੇ ਜਿਹੜੀ ਪੰਜਾਬ ਦੀ ਜਿਹੜੀ ਕਾਂਗਰਸ ਹੈ ਉਹਦੇ ਵਿੱਚ ਨਵੀਂ ਜਾਨ ਫੂਕੀ ਜਾ ਸਕਦੀ ਹੈ। ਜਿਹੜੀ ਕਹਿ ਰਹੇ ਸੀ ਕਿ 4.5 ਸਾਲ ਤੋਂ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੀ ਕਾਂਗਰਸ ਹੈ ਬਹੁਤ ਬੈਕਫੁੱਟ ਤੇ ਚਲੀ ਗਈ ਹੈ ਔਰ ਪੰਜਾਬ ਦੇ ਜਿਹੜੇ ਲੋਕ ਸੀਗੇ ਉਹ ਬਹੁਤ ਵੱਡੇ ਸਵਾਲ ਉਠਾ ਰਹੇ ਸੀਗੇ, ਚਾਹੇ ਕਰਮਚਾਰੀ ਹੋਣ, ਚਾਹੇ ਮੁਲਾਜ਼ਮ ਹੋਣ, ਚਾਹੇ ਅਧਿਆਪਕ ਹੋਣ, ਉਹਨਾਂ ਦੇ ਉੱਤੇ ਲਗਾਤਾਰ ਜਿਹੜੀ ਆਪਾਂ ਨੂੰ ਵੀ ਪਤਾ ਹੈ ਕਿ ਕਿਵੇਂ ਤਸ਼ੱਦਦ ਹੁੰਦਾ ਰਿਹਾ, ਉਹ ਵੀ ਵੱਡੇ ਸਵਾਲ ਉਠਾ ਰਹੇ ਸੀਗੇ। ਹੋ ਸਕਦਾ ਕਿ ਅੱਜ ਤੋਂ ਬਾਅਦ ਹੁਣ ਜੇ ਲੋਕ ਜਾਂ ਕਿਸਾਨ ਜਾਂ ਕਰਮਚਾਰੀ ਜਾਂ ਮੁਲਾਜ਼ਮ ਜਾਂ ਅਧਿਆਪਕ ਜਿਹੜੇ ਕਿਸੇ ਵੇਲੇ ਕੈਪਟਨ ਸਾਹਿਬ ਦੇ ਉੱਤੇ ਸਵਾਲ ਚੁੱਕਦੇ ਸੀਗੇ, ਹੁਣ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਉੱਤੇ ਵੀ ਨਾਲ ਸਵਾਲ ਚੁੱਕੇ ਜਾ ਸਕਦੇ ਨੇ। ਸੋ ਇਹ ਇਦਾਂ ਦੀਆਂ ਵੀ ਸੰਭਾਵਨਾਵਾਂ ਨੇ ਸੁਖਵਿੰਦਰ ਜੀ। ਬਿਲਕੁਲ। ਤਾਂ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਰਾਏ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਦੇ ਵਿੱਚ ਅੱਜ ਸਾਡੇ ਨਾਲ ਵਿਚਾਰ ਚਰਚਾ ਕੀਤੀ ਗਈ ਹੈ, ਵਿਸਥਾਰਪੂਰਵਕ ਚਰਚਾ ਕੀਤੀ ਗਈ ਹੈ। ਉਮੀਦ ਕਰਦਾ ਕਿ ਡਾਕਟਰ ਸਾਹਿਬ ਉਹਨਾਂ ਦੇ ਜਿਹੜੇ ਵਿਚਾਰ ਆ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।